ਇਹ ਕਾਂਗੜ ਸਾਹਿਬ ਸਾਡੇ ਹਲਕੇ ਚ ਆਏ ਆ। ਇਹ ਨੀਵੀਂ ਗ੍ਰਾਫਟ ਸਾਡੇ ਉਦੋਂ ਆਈ ਹੈ ਕਿਉਂਕਿ ਪਰਿਵਾਰ ਹੀ ਨੀਵੀਂ ਪੱਧਰ ਦਾ ਪਰਿਵਾਰ ਆ। ਮੈਨੂੰ ਤਾਂ ਬਹੁਤ ਜ਼ਿਆਦਾ ਲੂਕੇ ਪਿੰਡ 'ਚ ਵੀ ਫਿਰ ਕੇ ਸਾਡੇ ਪਰਿਵਾਰ ਬਾਰੇ ਵੀ ਸਾਰਾ ਕੁਝ ਪੁੱਛ ਲਓ, ਤੇ ਕਾਂਗੜ ਪਿੰਡ ਜਾ ਕੇ ਕਾਂਗੜ ਦੇ ਉੱਥੇ ਪਿੰਡ 'ਚੋਂ ਵੀ ਸਾਰੇ ਉਹਦੇ ਬਾਰੇ ਵੀ ਪੁੱਛ ਲਓ, ਤੁਹਾਨੂੰ ਸਾਫ਼ ਹੀ ਪਤਾ ਲੱਗ ਜਾਊਗਾ। ਕਾਗਜ਼ ਭਰਨੇ ਸੀ। ਸਿਧਾਣਾ ਸਾਹਿਬ ਬਹੁਤ ਵੱਡਾ ਦਲੇਰ ਆਪਣੇ ਆਪ ਨੂੰ ਕਹਾਉਂਦਾ। ਉਸ ਵੇਲੇ ਕਾਗਜ਼ ਭਰਨ ਤੋਂ ਸਿੱਧੂ ਸਾਹਿਬ ਨੇ ਦਬਕਾ ਮਾਰਤਾ ਹੀ ਮੁੱਕਰ ਗਿਆ। ਸਾਨੂੰ ਬੜੀ ਚਿੰਤਾ ਖੜੀ ਹੋਈ ਵੀ ਹੁਣ ਲਾਸਟ ਦਿਨ ਹੈ, ਅਸੀਂ ਬੰਦਾ ਕਿਹੜਾ ਖੜਾ ਕਰੀਏ, ਹੁਣ ਤਾਂ ਬੰਦਾ ਹੀ ਨਹੀਂ ਖੜਾ ਹੋਣਾ ਏਡੀ ਛੇਤੀ ਕੋਈ। ਅਸੀਂ ਇਹਦੇ ਘਰੇ ਗਏ, ਇਹਦੇ ਘਰੇ ਇਹਦੀ ਮਾਂ ਬੈਠੀ, ਇੱਕ ਕੁੱਕੂ ਦੇ ਕੁੱਕੂ ਆਪਣੇ ਬਾਗੀ ਸਾਹਿਬ ਦੇ ਘਰੋਂ ਆਪਣੇ ਬੀਬੀ ਉਹ ਬੈਠੀ ਜੋਗਿੰਦਰ ਕੌਰ, ਤੇ ਇਹਦੀ ਮਾਂ ਸਾਨੂੰ ਕਹਿੰਦੀ ਭਾਈ ਸਾਡਾ ਨੁਕਸਾਨ ਹੋ ਜੂ, ਸਾਨੂੰ ਫਲਾਣੇ ਸੰਤ ਨੇ ਦੱਸਿਆ ਵੀ ਜੇ ਤੁਸੀਂ ਚੋਣ ਲੜੀ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜੂ, ਇਸ ਕਰਕੇ ਅਸੀਂ ਨਹੀਂ ਚੋਣ ਲੜਦੇ ਸੀ। ਆ ਕੇ ਅਸੀਂ ਉੱਥੇ ਕਾਗਜ਼ ਭਰਾਏ, ਜਾ ਕੇ ਫਿਰ ਜਿਤਾਇਆ। ਫਿਰ ਉਹਨੂੰ ਬੋਲਣਾ ਨਹੀਂ ਸੀ ਆਉਂਦਾ, ਲੱਤਾਂ ਕੰਬਣ ਲੱਗ ਜਾਂਦੀਆਂ ਸੀ। ਫਿਰ ਸੱਚੀ ਗੱਲ ਹੈ ਕਿ ਇਹਨੂੰ ਥੋੜੀ ਜਿਹੀ ਦਾਰੂ ਪਿਆਉਂਦੇ ਫਿਰ ਇਹ ਬੋਲਣ ਲੱਗਦਾ, ਨਹੀਂ ਉਹਨਾਂ ਚਿਰ ਬੋਲ ਨਹੀਂ ਸੀ ਸਕਦਾ। ਹੁਣ ਵੀ ਮੈਨੂੰ ਤਾਂ ਪਤਾ ਇਹੀ ਲੱਗਿਆ ਕਿ ਜਦੋਂ ਬੋਲਦਾ ਪੀ ਕੇ ਹੀ ਬੋਲਦਾ। ਚਲੋ ਤਾਂ ਉਹਦੇ ਫਿਰ ਆਲੇ ਅਸੀਂ ਗੁਰੂ ਦੇ ਸਿੱਖ ਹੈ। ਗੁਰੂ ਦਾ ਸਿੱਖ ਤਾਂ ਸੋਚ ਵੀ ਨਹੀਂ ਸਕਦਾ ਕਦੇ ਸ਼ਰਾਬ ਨਾ ਪੀਣ ਬਾਰੇ ਸੋਚ ਸਕਦਾ ਤੇ ਨਾ ਵੇਚਣ ਬਾਰੇ ਸੋਚ ਸਕਦਾ, ਤੇ ਤੂੰ ਤਾਂ ਦੁਪਹਿਰ ਤੋਂ ਬਾਅਦ ਦਿਨ ਢਲ ਨਹੀਂ ਦਿੰਦਾ ਜਦੋਂ ਸ਼ੁਰੂ ਕਰ ਲੈਂਦਾ, ਫਿਰ ਤੂੰ ਕਹਿੰਦਾ ਸੋ ਟੋਟਲ ਫਰਾਡ ਕਰਦਾ, ਝੂਠ। ਇਹਦਾ ਪਿਓ ਸਿਪਾਹੀ ਹੁੰਦਾ ਸੀ ਪੁਲਿਸ ਦੇ ਵਿੱਚ, ਧੂਰੀ ਲੱਗਿਆ ਹੁੰਦਾ ਸੀ। ਇਹਦਾ ਸਹੁਰਾ ਹੌਲਦਾਰ ਹੁੰਦਾ ਸੀ ਉੱਥੇ, ਗੁਰਚੇਤਨ ਸਿੰਘ। ਉੱਥੇ ਇਹਦਾ ਪਿਓ ਡਿਸਮਿਸ ਹੋ ਗਿਆ ਸੀ ਨੌਕਰੀ ਚੋਂ, ਕੋਈ ਗਲਤ ਕੰਮ ਕਰਿਆ ਸੀ ਇਹਨਾਂ ਨੇ ਉੱਥੇ। ਤੇ ਉਦੋਂ ਬਾਅਦ ਫਿਰ ਗੁਰਚੇਤਨ ਸਿੰਘ ਬਹਾਲ ਹੋ ਕੇ ਇੱਥੇ ਆ ਗਿਆ, ਦਿਆਲਪੁਰੇ ਭਾਈ ਕੇ ਆ ਗਿਆ। ਦਿਆਲਪੁਰੇ ਭਾਈ ਕੇ ਆ ਕੇ ਫਿਰ ਅਸਲ SHO ਫਿਰ ਇਹਦੇ ਪਿਓ ਨੇ ਕੀਤੀ ਉੱਥੇ। ਗੁਰਚੇਤਨ ਸਿੰਘ ਸ਼ਰਾਬ ਸ਼ੁਰੂ ਪੀਂਦਾ ਸੀ, ਉਹ ਤਾਂ ਪੀ ਕੇ ਇਹਨਾਂ ਦੇ ਕੋਲੇ ਪਿਆ ਰਹਿੰਦਾ ਸੀ, ਘਰੇ ਜਾ ਕੇ ਸੌਂ ਜਾਂਦਾ ਸੀ ਆਰਾਮ ਨਾਲ, ਤੇ ਬਾਕੀ ਤਾਂ ਇਹ ਹੀ ਕਰਦਾ ਸੀ। ਜਦੋਂ ਵੀ ਚੋਣਾਂ ਦਾ ਸਮਾਂ ਹੁੰਦਾ ਤਾਂ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ, ਹਾਲਾਂਕਿ ਚਾਹੀਦਾ ਤਾਂ ਇਹ ਹੈ ਵੀ ਆਪਣੇ ਉਹ ਕੀਤੇ ਕੰਮਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਹ ਮੁੱਦੇ ਲੈ ਕੇ ਜਾਣ ਵੀ ਅਸੀਂ ਵਿਕਾਸ ਦਾ ਇਹ ਕਾਰਜ ਕੀਤੇ ਨੇ। ਪਰੰਤੂ ਪਿਛਲੇ ਕੁਝ ਸਮੇਂ ਤੋਂ ਇਹ ਪ੍ਰਚਲਨ ਹੋ ਗਿਆ ਕਿ ਸਿਆਸੀ ਆਗੂ ਆਪਣੇ ਵਿਕਾਸ ਦੇ ਮੁੱਦਿਆਂ ਦੀ ਬਜਾਏ ਇੱਕ ਦੂਜੇ ਤੇ ਬੋਲ ਕਬੋਲ ਆਪਣੇ ਵਿਰੋਧੀ ਸਿਆਸੀ ਆਗੂ ਨੂੰ ਸਟਾਉਣ ਦੀ ਕੋਸ਼ਿਸ਼ ਕਰਨਾ, ਜਾਂ ਕੁਝ ਅਜਿਹਾ ਬੋਲ ਜਾਂਦੇ ਨੇ ਜਿਨ੍ਹਾਂ ਨੂੰ ਸਮਾਜ ਵੀ ਨਹੀਂ ਸੁਣਨਾ ਚਾਹੁੰਦਾ, ਪਰੰਤੂ ਉਹ ਆਪਣੀ ਵਡਿਆਈ ਕਰਨ ਦੀ ਖਾਤਰ ਜਾਂ ਦੂਸਰੇ ਆਗੂ ਨੂੰ, ਆਪਣੇ ਸਿਆਸੀ ਵਿਰੋਧੀ ਨੂੰ ਛੋਟਾ ਵਿਖਾਉਣ ਦੀ ਖਾਤਰ ਅਜਿਹੀਆਂ ਗੱਲਾਂ ਕਹਿ ਜਾਂਦੇ ਨੇ ਜੋ ਉਹਨਾਂ ਦਾ ਜਵਾਬ ਕਈ ਵਾਰੀ ਉਹ ਆਪ ਵੀ ਨਹੀਂ ਦੇ ਸਕਦੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ, ਜਿੱਥੋਂ ਦੋ ਰਵਾਇਤੀ ਸਿਆਸੀ ਵਿਰੋਧੀ ਕਾਂਗਰਸ ਪਾਰਟੀ ਦੇ ਸਾਬਕਾ ਮਾਲ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ, ਉਹਨਾਂ ਦੋਨਾਂ ਦੇ ਵਿੱਚ ਸਿਆਸੀ ਟੱਕਰ ਰਹੀ ਹੈ ਪਿਛਲੇ ਸਮੇਂ ਤੋਂ, ਅੱਜ ਵੀ ਉਹ ਬਰਕਰਾਰ ਹੈ। ਪਰੰਤੂ ਕੁਝ ਦਿਨ ਪਹਿਲਾਂ ਮਾਲ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਸਿਆਸੀ ਵਿਰੋਧੀ ਸਰਦਾਰ ਸਿਕੰਦਰ ਸਿੰਘ ਮਲੂਕਾ 'ਤੇ ਬਹੁਤ ਹੀ ਅਜਿਹੀਆਂ ਨਿੱਜੀ ਟਿੱਪਣੀਆਂ ਕੀਤੀਆਂ ਜੋ ਸਮੇਂ ਦੀ ਲੋੜ ਵੀ ਨਹੀਂ ਸੀ ਅਤੇ ਮੰਗ ਵੀ ਨਹੀਂ ਸੀ। ਪਰੰਤੂ ਉਹਨਾਂ ਦਾ ਜਵਾਬ ਲੈਣ ਦੇ ਲਈ ਅਸੀਂ ਅਤੇ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਸਾਡੇ ਨਾਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਿਧਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਮਲੂਕਾ ਸਾਹਿਬ, ਪਿਛਲੇ ਦਿਨੀ ਮੈਂ ਇੱਕ ਇੰਟਰਵਿਊ ਵੇਖ ਰਿਹਾ ਸੀ ਸਾਬਕਾ ਮਾਲ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਦੀ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਦੇ ਸਾਰੇ ਸਿਆਸੀ ਜੀਵਨ ਦੀ ਭੂਮਿਕਾ ਲੋਕਾਂ ਅੱਗੇ ਜ਼ਾਹਰ ਕਰੀ ਹੈ। ਪਰ ਉਹਨਾਂ ਨੇ ਜਦੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਦੀ ਜਿਹੜੀ ਤਰੀਕ ਦੱਸੀ ਹੈ ਵੀ ਉਹ 1993 ਦੇ ਵਿੱਚ ਮੈਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ। ਉਹ ਸਰਪੰਚ ਇਸ ਲਈ ਵੀ ਚੁਣਿਆ ਗਿਆ ਅਤੇ ਲੋਕਾਂ ਦਾ ਕਹਿਣਾ ਸੀਗਾ ਵੀ ਜੇ 6ਵੇਂ ਪਾਤਸ਼ਾਹੀ ਸਾਡੇ ਕਹਿੰਦੇ ਵੀ ਪਿੰਡ ਦੇ ਵਿੱਚ ਵੀ ਆਏ ਅਤੇ ਉਹ ਸਾਡੇ ਘਰ ਮੌਜੂਦ ਰਹੇ 1 ਸਾਲ ਅਤੇ ਕੁਝ 1 ਮਹੀਨਾ ਅਤੇ ਕੁਝ ਦਿਨ। ਅਤੇ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੀ ਬਖਸ਼ਿਸ਼ ਸਦਕਾ ਹੀ ਜਿਹੜੀਆਂ ਸਾਨੂੰ ਵਜ਼ੀਰੀਆਂ ਮਿਲੀਆਂ, ਪਰ ਉਹਨਾਂ ਇਹ ਵੀ ਕਿਹਾ ਵੀ ਸਾਡਾ ਕਾਰੋਬਾਰ ਸੀਗਾ
ਉਹਨਾਂ ਦੇ ਫਾਦਰ ਸਾਹਿਬ ਦਾ ਕਾਰੋਬਾਰ ਸੀ ਸ਼ਰਾਬ ਦਾ। 1988 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ। ਇੱਕ ਪਾਸੇ ਉਹਨਾਂ ਦਾ ਕਹਿਣਾ ਹੈ ਵੀ ਅਸੀਂ ਗੁਰੂਆਂ ਦੇ ਬਰੋਸਾਏ ਹੋਏ ਆ, ਅਤੇ ਦੂਸਰੇ ਪਾਸੇ ਉਹਨਾਂ ਦਾ ਸ਼ਰਾਬ ਦਾ ਕਾਰੋਬਾਰ ਸੀ। 1993 ਦੇ ਵਿੱਚ ਸ਼ਾਇਦ ਉਹ ਤੁਹਾਡੇ ਨੇੜੇ ਵੀ ਰਹੇ ਹੁਣ। ਉਹਨਾਂ ਦੀ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਮੈਨੂੰ ਸਿਧਾਣਾ ਸਾਹਿਬ ਚੰਗਾ ਹੋ ਗਿਆ ਤੁਸੀਂ ਇੰਟਰਵਿਊ ਕਰਨ ਆਏ, ਮੈਂ ਵੀ ਉਹ ਇੰਟਰਵਿਊ ਸਾਰੀ ਵੇਖੀ ਹੈ। ਮੈਨੂੰ ਬੜਾ ਦੁੱਖ ਆਉਂਦਾ ਕਿ ਸਾਡੇ ਇਹੋ ਜਿਹੇ ਸਿਆਸੀ ਲੋਕ ਵੀ ਮੈਦਾਨ ਦੇ ਵਿੱਚ ਆ ਗਏ ਜਿਨ੍ਹਾਂ ਦਾ ਕਰੈਕਟਰ ਝੂਠ ਬੋਲਣ ਤੋਂ ਸਿਵਾਏ ਹੋਰ ਕੋਈ ਹੈ ਹੀ ਨਹੀਂ। ਝੂਠ ਬੋਲ ਪਰ ਇਹਦਾ ਕਿਉਂਕਿ ਇਹਦੇ ਸਾਰਾ ਕੁਝ ਲੋਟ ਹੀ ਝੂਠ ਬੋਲ ਕੇ ਆਇਆ ਹੈ। ਜਿੰਨੀ ਇਹਨੇ ਰਾਜਨੀਤੀ ਕੀਤੀ ਇਹਨੇ ਝੂਠ ਬੋਲ ਕੇ ਤੇ ਪਖੰਡਵਾਦ ਕਰਕੇ ਕੀਤੀ ਹੈ। ਜਦੋਂ ਮਰਜ਼ੀ ਹੈ ਤਾਂ ਝੂਠੀ ਕਿਸੇ ਦੀ ਸਹੁੰ ਪਾ ਲਓ 2 ਮਿੰਟ 'ਚ ਪਾ ਜਾਂਦਾ ਹੈ। ਤੇ ਇਸ ਗੱਲ ਦੇ ਉੱਤੇ ਵੀ ਇਹਦਾ ਜਿਹੜੀ ਇੰਟਰਵਿਊ ਮੈਂ ਵੇਖੀ ਹੈ ਸਾਰੀ ਉਹ ਟੋਟਲੀ ਝੂਠ ਦਾ ਪਲੰਦਾ ਹੈ। ਬਿਲਕੁਲ ਹੀ ਇਹੋ ਜਿਹੇ ਲੋਕ ਸਿਆਸਤ ਦੇ ਵਿੱਚ ਆਏ ਹੈ ਤਾਂ ਹੀ ਜਿਹੜਾ ਸਿਆਸੀ ਬੰਦਿਆਂ ਤੋਂ ਲੋਕਾਂ ਦਾ ਜਿਹੜਾ ਵਿਸ਼ਵਾਸ ਉੱਠਦਾ ਜਾਂਦਾ ਹੈ। ਲੋਕੀ ਕਹਿੰਦੇ ਸਾਰੇ ਇਹੋ ਜਿਹੇ ਹੈ। ਸੋ ਪਹਿਲਾਂ ਇੱਥੇ ਸਿਆਸਤ ਦੇ ਵਿੱਚ ਹਰਬੰਸ ਸਿੰਘ ਸਿੱਧੂ ਰਹੇ ਨੇ, ਮਿਨਿਸਟਰ ਵੀ ਰਹੇ ਨੇ। ਸੁਖਦੇਵ ਸਿੰਘ ਢਿੱਲੋਂ ਜੀ ਰਹੇ ਨੇ, ਉਹ ਵੀ ਮਿਨਿਸਟਰ ਰਹੇ ਨੇ। ਮਾਸਟਰ ਬਾਬੂ ਸਿੰਘ ਵਿਚਾਰੇ 4 ਵਾਰੀ MLA ਬਣੇ ਨੇ ਇੱਥੋਂ। ਕਦੇ ਇਹੋ ਜਿਹੀ ਗਿਰਾਵਟ ਸਾਡੇ ਹਲਕੇ ਵਿੱਚ ਨਹੀਂ ਸੀ ਆਈ। ਨੀਵੀਂ ਪੱਧਰ ਦੀ ਗਿਰਾਵਟ, ਇੱਕ ਦੂਜੇ ਨੂੰ ਜਾਤੀ ਤੌਰ ਤੇ ਭੰਡਣ ਦੀ, ਨਿੰਦਣ ਦੀ, ਜਿਹਨਾਂ ਦਾ ਇਹ ਕਾਂਗਰਸ ਸਾਹਿਬ ਸਾਡੇ ਹਲਕੇ 'ਚ ਆਏ ਆ। ਇਹ ਨੀਵੀਂ ਗਿਰਾਵਟ ਸਾਡੇ ਉਦੋਂ ਆਈ ਹੈ ਕਿਉਂਕਿ ਪਰਿਵਾਰ ਹੀ ਨੀਵੀਂ ਪੱਧਰ ਦਾ ਪਰਿਵਾਰ ਆ। ਮੈਨੂੰ ਤਾਂ ਬਹੁਤ ਜ਼ਿਆਦਾ ਕੁਝ ਪਤਾ ਹੈ ਇਸ ਪਰਿਵਾਰ ਬਾਰੇ, ਪਰ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਕੋਈ ਬਹੁਤੇ ਚੰਗੇ ਨਹੀਂ ਲੱਗਦੇ। ਕੋਈ ਸਿਆਸੀ ਬੰਦਿਆਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੋਹਦੀਆਂ ਨਹੀਂ। ਤੁਸੀਂ ਕਾਂਗੜ ਪਿੰਡ 'ਚੋਂ ਜਾ ਕੇ ਮੇਰੇ ਮਲੂਕੇ ਪਿੰਡ 'ਚ ਵੀ ਫਿਰ ਕੇ ਸਾਡੇ ਪਰਿਵਾਰ ਬਾਰੇ ਵੀ ਸਾਰਾ ਕੁਝ ਪੁੱਛ ਲਓ, ਤੇ ਕਾਂਗੜ ਪਿੰਡ ਜਾ ਕੇ ਕਾਂਗੜ ਦੇ ਉੱਥੇ ਪਿੰਡ 'ਚੋਂ ਵੀ ਸਾਰੇ ਉਹਦੇ ਬਾਰੇ ਵੀ ਪੁੱਛ ਲਓ, ਤੁਹਾਨੂੰ ਸਾਫ਼ ਹੀ ਪਤਾ ਲੱਗ ਜੂਗਾ। ਪਹਿਲੀ ਗੱਲ ਤਾਂ ਇਹ ਪਰਿਵਾਰ ਕੋਈ ਇੱਕ ਪਾਰਟੀ 'ਚ ਟਿਕ ਕੇ ਕਦੇ ਰਿਹਾ ਹੀ ਨਹੀਂ। ਜਿੱਥੋਂ ਇਹਨੂੰ ਮਤਲਬ ਮਿਲਿਆ ਉਧਰ ਨੂੰ ਭੱਜ ਤੁਰਿਆ, ਉਧਰ ਨੂੰ ਹੋ ਗਿਆ। ਪਹਿਲਾਂ ਇਹਦਾ ਬਾਪ ਕਾਮਰੇਡ ਹੁੰਦਾ ਸੀ, ਕਾਮਰੇਡਾਂ ਦੇ ਵਿੱਚੋਂ ਫਿਰ ਜਦੋਂ ਕਾਂਗਰਸ ਦੀ ਰਾਜ ਆਈ ਹਰਬੰਸ ਸਿੰਘ ਸਿੱਧੂ 80 ਦੇ ਵਿੱਚ ਥੋੜਾ ਜਿਹਾ ਪਾਵਰ 'ਚ ਆਏ, ਦਰਬਾਰਾ ਸਿੰਘ ਦੀ ਸਰਕਾਰ ਬਣ ਗਈ। ਫਿਰ ਉਧਰ ਰਲ ਗਏ ਹਰਬੰਸ ਸਿੱਧੂ ਸਾਹਿਬ ਨਾਲ ਰਲ ਗਏ ਕਿਉਂਕਿ ਇਹਨਾਂ ਦਾ ਸ਼ਰਾਬ ਦਾ ਕਾਰੋਬਾਰ ਸੀ, ਇਹਨਾਂ ਨੂੰ ਸਰਦਾ ਹੀ ਨਹੀਂ ਸੀ ਪੋਲੀਟੀਕਲ ਬੰਦਿਆਂ ਬਿਨਾਂ। ਫਿਰ ਇਹ 85 'ਚ ਢਿੱਲੋਂ ਸਾਹਿਬ ਆਏ, ਫਿਰ ਢਿੱਲੋਂ ਸਾਹਿਬ ਦੇ ਨਾਲ ਹੋ ਗਏ। ਫਿਰ ਇਹ 99 'ਚ ਜਦੋਂ ਅੱਤਵਾਦ ਦਾ ਜ਼ੋਰ ਆਇਆ ਫਿਰ ਉਹਨਾਂ ਨਾਲ ਲਿੰਕ ਬਣਾ ਲਿਆ ਇਹਨਾਂ ਨੇ। ਫਿਰ 92 ਸਾਹਿਬ ਜਦੋਂ ਸਿੱਧੂ ਸਾਹਿਬ ਵਜ਼ੀਰ ਬਣ ਗਏ ਫਿਰ ਉਧਰ ਚਲੇ ਗਏ। ਫਿਰ ਸਿੱਧੂ ਸਾਹਿਬ ਨੇ ਇਹਨਾਂ ਨੂੰ ਕੋਈ ਬਹੁਤਾ ਮੂੰਹ ਨਾ ਲਾਇਆ, ਜ਼ਿਆਦਾ ਮੂੰਹ ਨਾ ਲਾਇਆ। ਫਿਰ ਇਹ 93 ਦੇ ਵਿੱਚ ਇਹ ਕੋਸ਼ਿਸ਼ ਕੀਤੀ ਕੁਝ ਬੰਦਿਆਂ ਨੇ, ਇੱਕ ਪ੍ਰਿਥੀਪਾਲ ਸਿੰਘ ਜਲਾਲ ਆ, ਇੱਕ ਚਰਨਜੀਤ ਸਿੰਘ ਗੁੱਡਾ ਸਾਡੇ ਨਾਲ ਵਰਕਰ ਸੀ ਪਾਰਟੀ ਦੇ ਗੁੱਟ ਸਾਹਿਬ ਹੋਰੀ। ਉਹਨਾਂ ਨੇ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਈਆਂ ਮੈਨੂੰ ਇਹਦੀ ਸਿਫਾਰਿਸ਼ ਕੀਤੀ ਵੀ ਇਹਨੂੰ ਆਪਾਂ ਚੋਣਾਂ ਲੜਾ ਦਈਏ। ਮੈਂ ਕਿਹਾ ਵੇਖ ਲਓ ਚੋਣਾਂ ਆਪਾਂ ਲੜਾ ਦਿੰਦੇ ਹਾਂ, ਪਰ ਇਹਨਾਂ ਦਾ ਟੱਬਰ ਟਿਕਾਊ ਨਹੀਂ ਹੈਗਾ, ਦਲ ਬਦਲੀ ਕਰਦਾ ਰਹਿੰਦਾ, ਕਦੇ ਕਿਸੇ ਪਾਰਟੀ 'ਚ ਕਦੇ ਇਹ ਪਾਰਟੀ। ਇਹੋ ਜਿਹੇ ਲੋਕ ਚੰਗੇ ਨਹੀਂ ਹੁੰਦੇ ਬਹੁਤੇ, ਪਰ ਤੁਹਾਡੀ ਮਰਜ਼ੀ ਹੈ, ਮੈਨੂੰ ਕੋਈ ਇਤਰਾਜ਼ ਨਹੀਂ। ਜੇ ਤੁਸੀਂ ਚਾਹੁੰਦੇ ਹੋ ਕਹਿੰਦੇ ਨਹੀਂ ਜੀ ਇਹ ਹੁਣ ਆਪਣੇ ਨਾਲ ਰਹੂਗਾ, ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਹਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇਤੀ। ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਸਾਰੀ ਪਾਰਟੀ ਨੇ ਜ਼ੋਰ ਲਾ ਕੇ ਜਿਤਾਇਆ। ਇਹ ਕੋਈ 52-100 ਵੋਟਾਂ ਤੇ ਇੱਥੋਂ ਜਿੱਤ ਵੀ ਗਿਆ। ਉਸ ਵੇਲੇ ਦੇ ਹਾਲਾਤ ਦੇ ਵਿੱਚ ਬਠਿੰਡੇ ਜ਼ਿਲ੍ਹੇ 'ਚ 2 ਹੀ ਬੰਦੇ ਸਾਡੇ ਜਿੱਤੇ ਸੀਗੇ ਜ਼ਿਲ੍ਹਾ ਪ੍ਰੀਸ਼ਦ ਦੇ, ਸਾਡੇ ਹੀ ਜਿੱਤੇ ਸੀ ਦੋਨੇ, ਮੇਰੇ ਅਕਾਲੀ ਦਲ ਦੇ ਜਿੱਤੇ ਸੀ, ਮੈਂ ਪ੍ਰਧਾਨ ਸੀ ਉਸ ਜ਼ਿਲ੍ਹੇ ਦਾ। ਤੇ ਬਲਾਕ ਸੰਮਤੀਆਂ ਵੀ 6 ਜ਼ਿਲ੍ਹਿਆਂ 'ਚ 2 ਹੀ ਜਿੱਤੀਆਂ ਸੀ, ਦੋਨੇ ਹੀ ਸਾਡੀਆਂ ਜਿੱਤੀਆਂ ਸੀਗੀਆਂ। ਭਗਤਾ ਤੇ ਰਾਮਪੁਰ ਦੋਨੇ ਸਾਡੇ ਬਲਾਕ ਸੰਮਤੀਆਂ ਦੋਨੇ ਸਾਡੀਆਂ ਜਿੱਤੀਆਂ ਸੀ। ਸੋ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਉਸ ਵੇਲੇ ਤੇ ਤਾਂ ਜ਼ਿਲ੍ਹਾ ਪ੍ਰੀਸ਼ਦ ਬਣਦਿਆਂ ਸਾਰੀ ਮੇਰੇ ਨਾਲ ਟੇਢਾ ਹੋ ਗਿਆ ਸੀ। ਜ਼ਿਲ੍ਹਾ ਇੰਨਾ ਜ਼ੋਰ ਲਾ ਕੇ ਪਹਿਲਾਂ ਤਾਂ ਤੁਹਾਨੂੰ ਦੱਸਦਾ ਜ਼ਿਲ੍ਹਾ ਪ੍ਰੀਸ਼ਦ ਨੂੰ ਤਿਆਰ ਕਰ ਲਿਆ, ਤਿਆਰ ਹੋ ਗਿਆ। ਜਿੱਦੇ ਕਾਗਜ਼ ਭਰਨੇ ਸੀ ਸਿਧਾਣਾ ਸਾਹਿਬ ਬਹੁਤ ਵੱਡਾ ਦਲੇਰ ਆਪਣੇ ਆਪ ਨੂੰ ਕਹਾਉਂਦਾ, ਉਸ ਵੇਲੇ ਕਾਗਜ਼ ਭਰਨ ਤੋਂ ਸਿੱਧੂ ਸਾਹਿਬ ਨੇ ਦਬਕਾ ਮਾਰਤਾ ਹੀ ਮੁੱਕਰ ਗਿਆ। ਸਾਨੂੰ ਬੜੀ ਚਿੰਤਾ ਖੜੀ ਹੋਈ ਵੀ ਹੁਣ ਲਾਸਟ ਦੇਣਾ, ਅਸੀਂ ਬੰਦਾ ਕਿਹੜਾ ਖੜਾ ਕਰੀਏ, ਹੁਣ ਤਾਂ ਬੰਦਾ ਹੀ ਨਹੀਂ ਖੜਾ ਹੋਣਾ ਏਡੀ ਛੇਤੀ ਕੋਈ। ਅਸੀਂ ਇਹਦੇ ਘਰੇ ਗਏ, ਇਹਦੇ ਘਰੇ ਇਹਦੀ ਮਾਂ ਬੈਠੀ, ਇੱਕ ਕੁੱਕੂ ਦੇ ਕੁੱਕੂ ਆਪਣੇ ਬਾਗੀ ਸਾਹਿਬ ਦੇ ਘਰੋਂ ਆਪਣੇ ਬੀਬੀ ਉਹ ਬੈਠੀ ਜੋਗਿੰਦਰ ਕੌਰ, ਤੇ ਇਹਦੀ ਮਾਂ ਸਾਨੂੰ ਕਹਿੰਦੀ ਭਾਈ ਸਾਡਾ ਨੁਕਸਾਨ ਹੋ ਜੂ, ਸਾਨੂੰ ਫਲਾਣੇ ਸੰਤ ਨੇ ਦੱਸਿਆ ਵੀ ਜੇ ਤੁਸੀਂ ਚੋਣ ਲੜੀ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜੂ, ਇਸ ਕਰਕੇ ਅਸੀਂ ਨਹੀਂ ਚੋਣ ਲੜਦੇ ਸੀ। ਸਿੱਧੂ ਸਾਹਿਬ ਨੇ ਡਰਾਏ, ਪਰ ਮੈਂ ਆਖਿਆ ਵੀ ਚਲੋ ਬਾਬੇ ਕੋਲੇ ਸਾਨੂੰ ਲੈ ਕੇ ਚੱਲੋ, ਜਿਹੜੇ ਬਾਬੇ ਨੇ ਤੁਹਾਨੂੰ ਕਿਹਾ ਵੀ ਨੁਕਸਾਨ ਹੋ ਤੁਸੀਂ ਚੱਲਦੇ ਆ, ਬਾਬੇ ਨੂੰ ਅਸੀਂ ਮਨਾ ਲਾਂਗੇ, ਪੁੱਛ ਲਾਂਗੇ। ਫਿਰ ਹੌਲੀ ਹੌਲੀ ਇਹਨੂੰ ਅੱਧਾ ਪੌਣਾ ਘੰਟਾ ਰਹਿ ਗਿਆ ਸੀ ਜਦੋਂ ਕਾਗਜ਼ ਭਰਨ, ਜਦੋਂ ਅਸੀਂ ਇਹਨੂੰ ਮਨਾਇਆ। ਫਿਰ ਅਸੀਂ ਇਹਨੂੰ ਮਨਾ ਕੇ ਅਸੀਂ ਉੱਥੇ ਕਾਗਜ਼ ਭਰਾਏ ਜਾ ਕੇ ਫਿਰ ਜਿਤਾਇਆ। ਫਿਰ ਉਹਨੂੰ ਬੋਲਣਾ ਨਹੀਂ ਸੀ ਆਉਂਦਾ, ਲੱਤਾਂ ਕੰਬਣ ਲੱਗ ਜਾਂਦੀਆਂ ਸੀ। ਫਿਰ ਸੱਚੀ ਗੱਲ ਹੈ ਕਿ ਇਹਨੂੰ ਥੋੜੀ ਜਿਹੀ ਦਾਰੂ ਪਿਆਉਂਦੇ ਫਿਰ ਇਹ ਬੋਲਣ ਲੱਗਦਾ, ਨਹੀਂ ਉਹਨਾਂ ਚਿਰ ਬੋਲ ਨਹੀਂ ਸੀ ਸਕਦਾ। ਹੁਣ ਵੀ ਮੈਨੂੰ ਤਾਂ ਪਤਾ ਇਹੀ ਲੱਗਿਆ ਕਿ ਜਦੋਂ ਬੋਲਦਾ ਪੀ ਕੇ ਹੀ ਬੋਲਦਾ, ਸੋਫੀ ਬੋਲ ਹੀ ਨਹੀਂ ਸਕਦਾ। ਚਲੋ ਉਹ ਤਾਂ ਉਹਦੇ ਝੰਡੇ, ਆਪਾਂ ਕੀ ਲੈਣਾ, ਪੀਵੇ ਖਾਵੇ ਮੌਜ ਕਰੇ, ਮੈਨੂੰ ਕੋਈ ਉਹਦੇ ਨਾਲ ਸਿਰਦਰਦੀ ਨਹੀਂ। ਜਿੱਦਣ ਤੋਂ ਥੋੜਾ ਚਿਰ ਬਾਅਦ ਹੀ ਸਾਥੋਂ ਪਾਸੇ ਹੋਣਾ ਸ਼ੁਰੂ ਹੋ ਗਿਆ ਸੀ। ਇਹਨੂੰ ਉਸੇ ਵੇਲੇ ਨਸ਼ਾ ਚੜ ਗਿਆ ਸੀ ਸਿਆਸਤ ਦਾ, ਜਿਹੜੇ ਸਾਡੀਆਂ ਗੱਲਾਂ ਤੇ ਭੁੱਲ ਹੀ ਗਿਆ ਸੀ ਸਾਰੀਆਂ। ਉਦੋਂ ਬਾਅਦ ਫਿਰ ਜਿਹੜਾ ਕਿਸੇ ਨੇ ਸਾਰਾ ਕੁਝ ਦੱਸਿਆ, ਬੜੀਆਂ ਹੋਰ ਗੱਲਾਂ ਵੀ ਕੀਤੀਆਂ। ਮੈਂ ਇਹ ਗੱਲ ਚਾਹੁੰਦਾ ਹੈ ਕਿ ਕਹਿੰਦੇ ਆ ਵੀ 6ਵੇਂ ਪਾਤਸ਼ਾਹ ਆਏ ਸੀ ਸਾਡੇ, 6ਵੇਂ ਪਾਤਸ਼ਾਹ ਨਹੀਂ 10ਵੇਂ ਪਾਤਸ਼ਾਹ ਰਹੇ ਸੀ ਦੀਨੇ,
10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਰਹੇ ਸੀ ਕਾਫੀ ਚਿਰ। ਉਦੋਂ ਸਾਰੇ ਪਿੰਡਾਂ 'ਚੋਂ ਆਉਂਦੇ ਹੁੰਦੇ ਸੀ, ਜਾਂਦੇ ਉਹ ਦਿਆਲਪੁਰੇ ਭਾਈ ਕੇ ਆ ਜਾਂਦੇ ਸੀ ਦਿਨੇ, ਉੱਥੇ ਹੀ ਰਹਿਆ ਦੀਨੇ, ਇਹਦੇ ਪਿੰਡ ਨਹੀਂ ਰਹੇ। ਇਹ ਜਾਣ ਕੇ ਝੂਠ ਬੋਲਦਾ, ਨਾ ਇਹਦੀ ਕੋਈ ਬੰਸ ਦੀ ਗੱਲ ਆ ਉਹਦੇ ਵਿੱਚੋਂ, ਨਾ ਕਹਿੰਦੇ ਅਸੀਂ 14ਵੀਂ ਪੀੜ੍ਹੀ ਚੋਂ ਨਹੀਂ, ਉਹਨਾਂ ਦੀ ਪੀੜ੍ਹੀ 'ਚ ਹੋ ਹੀ ਨਹੀਂ ਸਕਦੇ। ਗੁਰੂ ਗੋਬਿੰਦ ਸਿੰਘ ਨਾਲ ਤੇ ਇਹ ਧਾਲੀਵਾਲ ਆ, ਉਹ ਧਾਲੀਵਾਲ ਨਹੀਂ ਸੀ, ਧਾਲੀਵਾਲ ਥੋੜੋ ਸੀਗੇ ਗੁਰੂ ਗੋਬਿੰਦ ਸਿੰਘ ਜੀ, ਉਹ ਤਾਂ ਬੇਖਾਪਰ ਮਤਲਬ ਛੋਟੀ ਪਾਤਸ਼ਾਹ ਸੀ। ਸੋ ਇਸ ਕਰਕੇ ਝੂਠ ਬੋਲਦਾ ਹੈ, ਇਹਨੂੰ ਆਦਤ ਹੈ ਝੂਠ ਬੋਲਣ ਦੀ। ਪਰ ਚਲੋ ਮੰਨ ਲਓ ਵੀ ਜੇ ਤੁਸੀਂ ਸੇਵਾ ਕੀਤੀ ਹੈ, ਚਲੇ ਉਸ ਤੁਹਾਡੇ ਬੁੜਿਆਂ ਨੇ ਸੇਵਾ ਕੀਤੀ ਆ, ਆਪਾਂ ਮੰਨ ਲਿਆ ਕੀਤੀ ਹੋਊਗੀ, ਮੈਂ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ, ਮੈਨੂੰ ਪਤਾ ਨਹੀਂ ਇਹਦੇ ਬਾਰੇ ਕਿਉਂਕਿ ਬੜੀ ਪੁਰਾਣੀ ਹੈ, ਸੈਂਕੜੇ ਸਾਲ ਦੀ ਗੱਲ ਹੋ ਗਈ ਹੈ। ਪਰ ਫਿਰ ਜੇ ਤੁਸੀਂ ਗੁਰੂ ਦੀ ਇੰਨੀ ਬੱਸ ਹੈ, ਜੇ ਤੁਹਾਨੂੰ ਗੁਰੂ ਨਾਲ ਇੰਨਾ ਮੋਹ ਹੈ, ਜੇ ਤੁਹਾਡੇ ਐਡੇ ਐਡੇ ਕਾਰੋਬਾਰ ਗੁਰੂ ਕਰਕੇ ਚੜੇ ਆ, ਫਿਰ ਲਾਹਣ ਤਾਂ ਤੁਹਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਵੀ ਸ਼ਰਾਬ ਵੇਚੋ ਲੋਕਾਂ ਨੂੰ। ਗੁਰੂ ਸਾਹਿਬ ਨੇ ਗੁਰੂ ਸਾਹਿਬ ਤਾਂ ਨਸ਼ਿਆਂ ਦੇ ਵਿਰੋਧੀ ਸੀਗੇ, ਸ਼ਰਾਬ ਦੇ ਬਹੁਤ ਵਿਰੋਧੀ ਸੀਗੇ, ਤੇ ਤੁਸੀਂ ਸ਼ਰਾਬ ਦੇ ਕਾਰੋਬਾਰ ਕੀਤੇ। ਵਜ਼ੀਰੀਆਂ ਤਾਂ ਤੁਹਾਨੂੰ ਹੁਣ ਮਿਲ ਗਈਆਂ ਨੇ, ਸ਼ਰਾਬ ਦਾ ਕਾਰੋਬਾਰ ਤਾਂ ਤੁਹਾਡਾ ਮੈਨੂੰ ਪਤਾ ਕੋਈ 70 ਤੋਂ ਲੈ ਕੇ ਚੱਲਦਾ, 65-70 ਤੋਂ ਲੈ ਕੇ ਚੱਲਦਾ। ਸ਼ਰਾਬ ਦੇ ਕਾਰੋਬਾਰ 'ਚ ਤੁਸੀਂ ਸਾਰਾ ਪੈਸਾ ਕਮਾਇਆ 2 ਨੰਬਰ ਦਾ ਕਰਕੇ, ਤੇ ਫਿਰ ਤੁਸੀਂ ਸ਼ਰਾਬ ਦਾ ਕਾਰੋਬਾਰ ਕਿਉਂ ਕੀਤਾ? ਇਹੋ ਜਿਹੇ ਗੁਰੂ ਦੇ ਸਿੱਖ ਹੁੰਦੇ ਆ ਜਿਹੜੇ ਸ਼ਰਾਬ ਦਾ ਕਾਰੋਬਾਰ ਕਰਕੇ ਫਿਰ ਆਦੇ ਅਸੀਂ ਗੁਰੂ ਦੇ ਸਿੱਖ ਹੈ। ਗੁਰੂ ਦਾ ਸਿੱਖ ਤਾਂ ਸੋਚ ਵੀ ਨਹੀਂ ਸਕਦਾ ਕਦੇ ਸ਼ਰਾਬ ਨਾ ਪੀਣ ਬਾਰੇ ਸੋਚ ਸਕਦਾ ਤੇ ਨਾ ਵੇਚਣ ਬਾਰੇ ਸੋਚ ਸਕਦਾ। ਤੇ ਤੂੰ ਤਾਂ ਦੁਪਹਿਰ ਤੋਂ ਬਾਅਦ ਦਿਨ ਢੜ ਨਹੀਂ ਦਿੰਦਾ, ਜਦੋਂ ਸ਼ੁਰੂ ਕਰ ਲੈਂਦਾ ਫਿਰ ਤੂੰ ਕਾਹਦੇ ਗੁਰੂ ਦੇ ਬੰਸ ਚੋਂ। ਸੋ ਟੋਟਲ ਫਰਾਡ ਕਰਦਾ, ਝੂਠ ਬੋਲਦਾ, ਨਾ ਕੋਈ ਗੁਰੂ ਦੇ ਬੰਸ ਚੋਂ ਆ, ਨਾ ਇਹਨਾਂ ਨੂੰ ਕੋਈ ਇਹੋ ਜਿਹੀ ਗੱਲ ਹੈ। ਤੇ ਜਾਂ ਫਿਰ ਜਿਹੜੇ ਸ਼ਰਾਬ ਦੇ ਕਿੱਤੇ ਛੱਡੇ ਸਾਰੇ ਜਿਹੜੇ ਕੋਈ ਕਰਦਾ। ਇੱਕ ਮਲੂਕਾ ਸਾਹਿਬ ਉਹਨਾਂ ਨੇ ਇਹ ਵੀ ਇਹ ਗੱਲ ਵੀ 1997 ਦੇ ਵਿੱਚ ਮਲੂਕਾ ਸਾਹਿਬ ਹਾਰ ਰਹੇ ਸੀ, ਤਾਂ ਮੇਰੇ ਜ਼ੋਰ ਲਾਉਣ ਨਾਲ ਵੀ ਮਲੂਕਾ ਸਾਹਿਬ ਦੀ ਜਿੱਤ ਹੋਈ। ਤੇ ਕਹਿੰਦਾ ਵੀ ਮੇਰੇ ਕੁਝ ਪ੍ਰੇਮੀ ਜਿਹੜੇ ਮੇਰੇ ਨਾਲ ਵੀ ਦੋਸਤੀ ਰੱਖਦੇ ਸੀ, ਮਲੂਕਾ ਸਾਹਿਬ ਨਾਲ ਵੀ ਰੱਖਦੇ ਸੀ, ਤੇ ਉਹ ਮੇਰੇ ਕੋਲੇ ਆਏ ਵੀ ਆਪਾਂ ਹੁਣ ਦੂਸਰੇ ਪਾਸੇ ਉਲਟ ਚੱਲ ਜਾਈਏ ਤੇ ਮਲੂਕਾ ਸਾਹਿਬ ਨੂੰ ਹਰਾ ਦਈਏ। ਤੇ ਬਾਅਦ ਦੇ ਵਿੱਚ ਉਸ ਦਾ ਕਹਿਣਾ ਵੀ ਉਹ ਜਿਹੜੇ ਮਲੂਕਾ ਸਾਹਿਬ ਨੇ ਭੇਜੇ ਸੀ ਮੇਰੀ ਚੈਕਿੰਗ ਵਾਸਤੇ, ਵੀ ਉਹ ਕੀ ਕਰ ਰਿਹਾ। ਇਹ 'ਚ ਗੱਲ 'ਚ ਸੱਚਾਈ ਹੈ ਜੀ? ਵੇਖੋ ਜਾਂ ਤਾਂ ਉਹ ਬੰਦਿਆਂ ਦੇ ਨਾਂ ਲੈ ਦੇ, ਉਹ ਬੰਦਿਆਂ ਨੂੰ ਆਪਾਂ ਤੁਹਾਡੇ ਪੇਸ਼ ਕਰ ਦਿਆਂਗੇ ਜਿਹੜੇ ਕੋਈ ਇਹੋ ਜਿਹੇ ਬੰਦੇ ਕਹਿੰਦਾ ਨਾਂ ਲੈ ਦੇ। ਮੈਂ ਤਾਂ ਇਹ ਤਾਂ ਮੇਰੇ ਸ਼ੁਰੂ ਤੋਂ ਹੀ ਵਿਰੋਧ ਕਰਨ ਲੱਗ ਗਿਆ ਸੀ, ਦੱਸਿਆ ਵੀ ਤੇ ਜਿੱਤਣ ਸਾਰੀ ਮੈਥੋਂ ਵੱਖਰਾ ਹੋ ਗਿਆ ਸੀ। ਯਾਰ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤਣ ਸਾਰੀ ਮੇਰੇ ਕੋਲ ਤਾਂ ਉਦੋਂ ਹੀ ਹਟ ਗਿਆ ਸੀ, ਫਰੀਦਕੋਟ ਕਿੱਕੀ ਹੋਰਾਂ ਕੋਲੇ ਜਾਣ ਲੱਗ ਗਿਆ ਸੀ, ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਆਉਂਦੇ ਸੀ, ਉਹਨਾਂ ਨੂੰ ਮਿਲਣ ਲੱਗ ਗਿਆ ਸੀ, ਤਾਂ ਸੁਪਨੇ ਵੱਡੇ ਲੈਣ ਲੱਗ ਗਿਆ ਸੀ। ਉਹਦੀ ਮੇਰੀ ਮਦਦ ਇਹਨੇ ਕੀ ਕਰਨੀ ਸੀਗੀ। ਵੋਟਾਂ ਦੇ ਵਿੱਚ ਸਾਡੇ ਕੋਲੇ ਮੇਰੇ ਕੋਲੇ ਕਿੰਨੇ ਹੀ ਸਬੂਤ ਹੈ, ਮੈਂ ਤੁਹਾਡੇ ਕੋਲੇ ਬੰਦੇ ਪੇਸ਼ ਕਰ ਸਕਦਾ ਜਿਨ੍ਹਾਂ ਨੇ ਇਹਨੂੰ ਸਾਰਾ ਜ਼ੋਰ ਲਾਇਆ ਇਹਨੂੰ ਵੀ ਮਲੂਕਾ ਸਾਹਿਬ ਨੂੰ ਵੋਟਾਂ ਨਾ ਪਾਓ, ਸਾਰਾ ਜ਼ੋਰ ਲਾਇਆ ਨੇ, ਜਿਹਨੇ ਮੇਰੇ ਕੋਲ ਅੱਜ ਸਬੂਤ ਹੈ। ਇਹ ਕਹਿੰਦਾ ਜਿਹੜੇ ਮੈਂ ਬੰਦੇ ਭੇਜੇ ਉਹ ਕੋਈ ਹੈਗੇ ਆ ਤਾਂ ਤੁਹਾਡੇ ਸਾਬਤ ਕਰਦੇ ਸਾਹਮਣੇ ਉਹ ਕਹਿ ਦੇਣ, ਮੈਂ ਮੰਨ ਲਊਂਗਾ ਗੱਲ ਕਿ ਮੈਂ ਇਹੋ ਜਿਹੀ ਗੱਲ ਕੀਤੀ। ਮੈਂ ਕੋਈ ਬੰਦਾ ਨਹੀਂ ਇਹਦੇ ਕੋਲੇ ਭੇਜਿਆ। ਜਦੋਂ ਸਾਡੇ ਤਾਲੁਕਾਤ ਹੀ ਉਸ ਤੋਂ ਬਾਅਦ ਖਰਾਬ ਹੋਣੇ ਸ਼ੁਰੂ ਹੋ ਗਏ ਸੀ, ਮੈਂ ਬੰਦੇ ਕਾਹਦੇ ਭੇਜਣੇ ਸੀ ਇਹਦੇ ਕੋਲੇ? ਮੈਨੂੰ ਤਾਂ ਇਤਵਾਰ ਹੀ ਹਟ ਗਿਆ ਸੀ ਉਦੋਂ ਵੀ ਜਦੋਂ ਜਿੱਤਣ ਸਾਰੀ ਐਡਾ ਬੇਈਮਾਨ ਹੋ ਗਿਆ ਇਹ ਬੰਦਾ, ਤੇ ਆਪਣੇ ਕੀ ਇਹਨੂੰ ਤਾਂ ਨਸ਼ਾ ਆਪਦਾ ਚੜ ਗਿਆ ਸੀ ਟਿਕਟ ਲਾਉਣ ਦਾ। ਚਲੋ ਟਿਕਟ ਮੰਗਣੀ ਵੀ ਮੈਂ ਕੋਈ ਜੁਰਮ ਨਹੀਂ ਸਮਝਦਾ, ਹਰ ਰਾਈਟ ਆ ਬੰਦੇ ਦਾ ਟਿਕਟ ਮੰਗੇ, ਪਰ ਜਿਹਨੂੰ ਟਿਕਟ ਮਿਲ ਜਾਏ ਫਿਰ ਉਹਦੀ ਮਦਦ ਕਰੇ। ਦੂਜੀ ਗੱਲ ਇਹਨੇ ਕਿਹਾ ਜੀ ਮੈਂ ਆਪਦੇ ਪਿੰਡ ਚੋਂ ਵੋਟਾਂ 1000 ਤੋਂ ਉੱਤੇ ਵਧਾਈਆਂ, ਵੀ ਮੈਂ ਜੇ ਬੇਈਮਾਨ ਹੁੰਦਾ ਤੇ ਮੇਰੇ ਪਿੰਡ ਚੋਂ 1000 ਵੋਟ ਨਹੀਂ ਨਿਕਲਦੀ ਸੀ, ਵੱਧਦੀ ਨਹੀਂ ਸੀ ਮਲੂਕਾ ਸਾਹਿਬ ਦੀ, ਮੈਂ 1000 ਵੋਟ ਵਧਾਈ। ਪਹਿਲਾਂ ਇਹ ਝੂਠ ਬੋਲਦਾ, ਟੋਟਲੀ ਫਰਾਡ ਕਰਦਾ, ਇਹ ਝੂਠ ਬੋਲਦਾ। ਤੁਸੀਂ ਐਂ ਕਰਿਓ, ਉਸ ਵੇਲੇ ਤਾਂ ਗਿਣਤੀ ਨਹੀਂ ਸੀ ਹੋਈ ਪਿੰਡ ਵਾਈ ਜੀ, ਸਾਰੀ ਰਲਾ ਕੇ 97 ਜਿਹੜੀ ਗਿਣਤੀ ਹੋਈ ਸੀ ਨਾ ਉਹ ਤਾਂ ਸਾਰੇ ਪਿੰਡਾਂ ਦੀ ਇਕੱਠੀ ਹੋਈ ਸੀ। ਤੇ ਇਹਨੂੰ ਕਿਵੇਂ ਪਤਾ ਲੱਗ ਗਿਆ ਮੇਰੇ ਪਿੰਡ 'ਚੋਂ 1000 ਵੋਟ ਵਧੀ, ਜਦੋਂ ਪਿੰਡ ਵਾਈਜ਼ ਤਾਂ ਗਿਣਤੀ ਨਹੀਂ ਹੋਈ, ਉਦੋਂ ਬਾਅਦ ਪਿੰਡ ਵਾਈਜ਼ ਗਿਣਤੀ ਹੋਣ ਲੱਗੀ ਹੈ। ਤੇ ਤੁਸੀਂ ਮੇਰਾ ਰਿਕਾਰਡ ਕਢਾ ਲਿਓ, ਮੈਂ 10 ਦੇ 10 ਰਾਊਂਡ ਵਧਿਆ, ਜਿੰਨੇ ਰਾਊਂਡ ਸੀ ਨਾ ਵੋਟਾਂ ਦੇ, ਮੈਂ ਕਿਸੇ ਰਾਊਂਡ 'ਚੋਂ ਵੀ ਨਹੀਂ ਸੀ ਘਟਿਆ ਉਸ ਵੇਲੇ, ਸ਼ਹਿਰ 'ਚੋਂ ਵੀ ਨਹੀਂ ਸੀ, ਕਿਸੇ ਸਾਰੇ ਰਾਊਂਡਾਂ 'ਚ ਮੈਂ ਆਪ ਹੀ ਗਿਆ ਸੀ ਉਸ ਵੇਲੇ। ਤੇ ਇਹ ਵੀ ਟੋਟਲ ਝੂਠ ਬੋਲਦਾ, ਮੈਂ ਆਪਦੇ ਪਿੰਡੋਂ 1000 ਵੋਟ ਵਧਾਈ। ਸੋ ਇਹ ਤਾਂ ਉਸੇ ਵੇਲੇ ਹੀ ਉਲਟ ਹੋ ਗਿਆ ਸੀ। ਫਿਰ ਇਹਦੇ ਸਾਰੀਆਂ ਸਰਗਰਮੀਆਂ ਉਲਟੀ ਰੱਖੀਆਂ। ਉਧਰ ਇਹਦੀ ਲਿੰਕ ਕਿੱਕੀ ਹੋਰਾਂ ਨਾਲ ਹੋਣ ਕਰਕੇ ਸੁਖਬੀਰ ਜੀ ਨਾਲ ਨੇੜੇ ਹੋ ਗਿਆ ਸੀ ਥੋੜਾ ਜਿਹਾ, ਉਹ ਗੱਲਾਂ ਠੀਕ ਨੇ। ਤੇ ਮੇਰੀ ਸਿੱਧੀ ਬਾਲ ਸਾਹਿਬ ਨੇ ਹੁੰਦੀ ਸੀ, ਮੈਂ ਕਦੇ ਸੁਖਬੀਰ ਹੋਰਾਂ ਨਾਲ ਉਦੋਂ ਨਹੀਂ ਸੀ ਗੱਲ ਰੱਖੀ ਕਦੇ। ਇਹ ਉਧਰ ਜਾਂਦਾ ਰਿਹਾ ਤੇ ਇਹਨੂੰ ਹਵਾ ਹੋ ਗਈ ਸੀ ਕਿ ਮੈਂ ਟਿਕਟ ਲੈ ਜਾਊਂਗਾ ਰਾਮਪੁਰੇ ਤੋਂ। ਇਹਨੇ ਕੋਸ਼ਿਸ਼ ਵੀ ਬਹੁਤ ਕੀਤੀ ਕਿਉਂਕਿ ਮੇਰੀਆਂ ਕੁਰਬਾਨੀਆਂ ਵੇਖ ਕੇ ਬਾਲ ਸਾਹਿਬ ਦੇ ਨਾਲ ਸਾਰੀਆਂ ਜੇਲ੍ਹਾਂ ਕੱਟਣੀਆਂ, ਮੋਰਚੇ ਧਰਨੇ, ਕਦੇ ਸੋਚਿਆ ਹੀ ਨਹੀਂ ਸੀ। ਆਪਣਾ ਮਾਂ ਬਾਲ ਸਾਹਿਬ ਤੇ ਭਰੋਸਾ ਸੀ। ਸੋ ਇਸ ਕਰਕੇ ਇਹ ਟੋਟਲੀ ਇਹਦੀ ਸਾਰੀਆਂ ਗੱਲਾਂ ਇਹ ਝੂਠੀਆਂ ਨੇ। ਮਲੂਕਾ ਸਾਹਿਬ ਜੇ ਗੱਲ 2002 ਦੀ ਕਰੀਏ ਤਾਂ ਕਾਂਗੜ ਸਾਹਿਬ ਨੇ ਇੱਕ ਹੋਰ ਵੀ ਗੱਲ ਕਹੀ ਹੈ, ਜਿਸ ਦੇ ਵਿੱਚ ਤੁਹਾਨੂੰ ਉਹਨਾਂ ਨੇ ਇੱਕ ਤਰੀਕੇ ਨਾਲ ਖਲਨਾਇਕ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੇ ਉਹਨਾਂ ਨੇ ਕਿਹਾ ਹੈ ਵੀ ਮਲੂਕਾ ਸਾਹਿਬ ਨੇ ਸਾਡੇ ਪਰਿਵਾਰ ਤੇ ਸਾਡੇ ਸਨੇਹੀਆਂ ਤੇ ਇੰਨੇ ਤਸ਼ੱਦਦ ਕੀਤੇ ਹੈ, ਇਸ ਕਾਰਨ ਮੈਂ ਸਿਆਸਤ ਵਿੱਚ ਆਇਆ। ਤੇ ਨਹੀਂ, ਉਹਨਾਂ ਨੇ ਇਹ ਵੀ ਕਿਹਾ ਵੀ ਮੇਰੀ ਤਾਂ ਔਕਾਤ ਸਿਰਫ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨ ਤੱਕ ਦੀ ਸੀ। ਨਹੀਂ ਵੇਖੋ 2002 'ਚ ਤਾਂ ਚੋਣ 'ਚ ਹੀ ਖੜਾ ਹੋ ਗਿਆ। 1997 ਤੋਂ ਲੈ ਕੇ 2002 ਦੇ ਵਿੱਚ ਸਿਧਾਣਾ ਸਾਹਿਬ ਮੇਰਾ ਹੁਣ ਵੀ ਚੈਲੰਜ ਹੈ। ਉਹ ਕਹਿੰਦਾ ਤਸ਼ੱਦਦ ਕੀਤੇ ਆ। ਉਹਨੇ ਇੱਕ ਦਿਨ ਚੰਡੀਗੜ੍ਹ ਇੰਟਰਵਿਊ ਦਿੱਤੀ, ਕਹਿੰਦਾ ਸਾਡੇ ਪਰਿਵਾਰ ਦੇ 3 ਜੀ ਚੜ੍ਹਾਈ ਕਰਕੇ ਮਰ ਗਏ, ਧੱਕਾ ਕੀਤੇ, ਅਕਾਲੀ ਦਲ ਨੇ ਮਾਰਤੇ, ਕਹਿ ਲਓ ਇੱਕ ਕਿਸਮ ਦੇ।
ਕੋਈ ਇੱਕ ਵੀ ਬੰਦੇ ਦਾ ਨਾਂ ਦੱਸਦੇ 1997 ਤੋਂ ਲੈ ਕੇ 2002 ਤੇ ਇੱਕ ਵੀ ਪਰਚਾ ਇਹਨਾਂ ਦੇ ਪਰਿਵਾਰ ਤੇ ਜਾਂ ਇਹਨਾਂ ਦੇ ਕਿਸੇ ਸਕੇ ਸੰਬੰਧੀ ਤੇ ਜਾਂ ਕਿਸੇ ਰਿਸ਼ਤੇਦਾਰ ਤੇ ਕੋਈ ਸਾਬਤ ਕਰਦੇ ਵੀ ਇੱਕ ਵੀ ਪਰਚਾ ਇਹਨਾਂ ਦੇ ਪਰਿਵਾਰ ਤੇ ਕੋਈ ਹੋਵੇ, ਮੈਂ ਮਾਫੀ ਮੰਗੂੰਗਾ ਪਬਲਿਕ ਕਰਕੇ। ਮੈਂ ਹੁਣ ਵੀ ਚੈਲੰਜ ਕਰਦਾ ਕਿ ਕੋਈ FIR ਕੱਢ ਲਿਆਵੇ ਜਿਹੜੀ ਸਾਡੇ ਅਕਾਲੀ ਦਲ ਵੱਲੋਂ ਹੋਈ ਹੋਵੇ ਇਹਨਾਂ ਦੇ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਦੇ ਉੱਤੇ, ਇਹਦੇ ਕਿਸੇ ਨਿੱਜੀ ਦੋਸਤ ਦੇ ਉੱਤੇ ਜਾਂ ਕਿਸੇ ਦੇ ਹੋਰ ਦੇ ਉੱਤੇ, ਕੋਈ ਜਿਹੜਾ ਇਹਨੂੰ ਮਿਲਣ ਵਾਲਾ ਹੋਵੇ ਕੱਢ ਲਿਆਵੇ। ਟੋਟਲੀ ਝੂਠ ਬੋਲ ਕੇ ਫਰਾਡ ਕਰਦਾ। 2002 ਦੇ ਵਿੱਚ ਪਤਾ ਹੀ ਸੀ ਵੀ ਇਹਨੇ ਚੋਣ ਲੜਨੀ ਹੈ। ਇਹ ਪਿੰਡ ਵੀ ਜਿਹੜਾ ਮੈਂ ਸੁਣੀ ਆ ਉਹ ਗੱਲ, ਉਹ ਵੀ ਫਰਾਡ ਕਰਦਾ। ਤੁਸੀਂ ਪਿੰਡ ਦੇ ਬੰਦਿਆਂ ਤੋਂ ਪੁੱਛ ਲਓ ਵੀ ਮੈਂ ਇਹਦੇ ਪਿੰਡ ਜਾ ਕੇ ਕੁਝ ਗਲਤ ਬੋਲਿਆ ਸੀਗਾ। ਉਹ ਠੀਕ ਹੈ ਕਿ ਜਦੋਂ ਪਤਾ ਲੱਗ ਗਿਆ ਸੀ ਵੀ ਇਹਨੇ ਚੋਣ ਲੜਨੀ ਹੈ, ਉਹ ਤਾਂ ਮਾੜਾ ਮੋਟਾ ਹੁੰਦਾ ਵੀ ਬੰਦਾ ਗਦਾਰੀ ਕਰਦਾ, ਸਾਡੇ ਨਾਲ ਨਹੀਂ ਕਰਨੀ ਚਾਹੀਦੀ। ਪਰ ਜਾਤੀ ਮੈਂ ਨਾ ਕਦੇ ਅੱਜ ਤੱਕ ਜ਼ਿੰਦਗੀ 'ਚ, ਤੁਸੀਂ ਮੇਰੀਆਂ ਸਪੀਚਾਂ ਸੁਣਦੇ ਰਹਿੰਦੇ ਆ, ਨਾ ਮੈਂ ਬੋਲਿਆ ਤੇ ਨਾ ਮੈਂ ਬੋਲਣਾ। ਇਹ ਸਾਡੇ ਜਿਹੜਾ ਹੋਇਆ ਇਹ ਜਾਤੀ ਵਾਲਾ ਲੜਾਈ ਝਗੜਿਆਂ ਵਾਲਾ ਜਿੰਨਾ ਸਾਰਾ ਇਹ ਹੋਇਆ ਇਹਦੇ ਕਰਕੇ ਹੀ ਹੋਇਆ। ਤੁਸੀਂ ਪਹਿਲਾਂ ਸਾਰੀਆਂ ਚੋਣਾਂ ਕੱਢ ਲਓ, ਕਦੇ ਨਹੀਂ ਸੀ ਹੋਇਆ। ਜਿੰਨਾ ਚਿਰ ਜਿਹੜੇ ਮੈਂ ਲੀਡਰਾਂ ਦੇ ਪਹਿਲਾਂ ਨਾਂ ਲਏ ਉਹ ਰਹੇ ਇਸ ਹਲਕੇ ਦੇ ਵਿੱਚ, ਕਦੇ ਕਾਟੋ ਕਲੇਸ਼ ਨਹੀਂ ਹੋਇਆ। ਵੋਟਾਂ ਪੈ ਜਾਂਦੀਆਂ ਸੀ, ਮੁੱਕ ਜਾਂਦੀਆਂ ਸੀ। ਜਿੰਨੇ ਇਹ ਝਗੜੇ ਸ਼ੁਰੂ ਕਰਾਉਣੇ ਕੀਤੇ ਇਹਨੇ ਕੀਤੇ, ਬੰਦਿਆਂ ਨੂੰ ਸਿਖਾ ਕੇ ਸਾਡੇ ਗਲ ਪਾਉਂਦਾ ਸੀ। ਇਹਨੂੰ ਐਂ ਸੀ ਵੀ ਕੋਈ ਨਾ ਕੋਈ ਬੰਦਾ ਮਾਰ ਦੇਣਗੇ, ਜੇਲ੍ਹ 'ਚ ਚਲੇ ਜਾਣਗੇ, ਮੈਂ ਮੁੜ ਕੇ ਮੌਜਾਂ ਕਰੂੰਗਾ। ਅਸੀਂ ਉਸ ਗੱਲ ਤੋਂ ਟਾਲਾ। ਬੰਦੇ ਸਾਡੇ ਮਗਰੇ ਨੇ ਬਹੁਤ ਪਾਏ, ਮਹਾਰਾਜ ਗੰਡਾਸੇ ਕਿਰਪਾਨਾਂ ਫੜਾ ਕੇ 80-90 ਬੰਦੇ ਰਾਤ ਨੂੰ ਖੜਾਤੇ ਸਾਨੂੰ ਘੇਰਨ ਵਾਸਤੇ। ਉਹ ਤਾਂ ਕੁਦਰਤੀ ਰੱਬ ਦੀ ਮਿਹਰ ਨਾਲ ਅਸੀਂ ਬਚ ਗਏ। ਫਿਰ ਦਿਆਲਪੁਰੇ ਮੇਰਾ ਬੇਟਾ ਰਾਤ ਨੂੰ ਇਹਨੇ ਬੰਦੇ ਸਿਖਾ ਕੇ ਘੇਰੀ ਰੱਖੇ, ਆਪ ਵੀ ਹਾਜ਼ਰ ਸੀ। ਰਾਤ ਦੇ 9 ਵਜੇ ਤਾਈਂ 6 ਵਜੇ ਤੋਂ ਲੈ ਕੇ ਘੇਰੀ ਰੱਖਿਆ, ਉੱਥੇ ਕੁਝ ਵੀ ਹੋ ਸਕਦਾ ਸੀ। ਸੋ ਇਹ ਤਾਂ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਬਚਿਆ। ਇਹਦਾ ਮਤਲਬ ਤਾਂ ਸੀ ਵੀ ਕੋਈ ਨਾ ਕੋਈ ਸਾਡੇ ਬੰਦੇ ਨੂੰ ਮਾਰ ਦੇਣ ਤੇ ਮੈਂ ਇਹਨਾਂ ਨੂੰ ਅੰਦਰ ਕਰਾ ਦਿਆਂ ਤੇ ਮੈਂ ਮੌਜਾਂ ਕਰਾਂ। ਜਿਹੜੀ ਬਹੁਤ ਹੀ ਨੀਵੀਂ ਪੱਧਰ ਦੀ ਰਾਜਨੀਤੀ ਦਾ ਇਨਸਾਨ ਹੈ ਇਹ। ਘਟੀਆ ਤੋਂ ਘਟੀਆ ਸੋਚ ਸਕਦਾ, ਇਹ ਤੋਂ ਕੋਈ ਚੰਗੀ ਆਸ ਕੀਤੀ ਨਹੀਂ ਜਾ ਸਕਦੀ। ਇਹ ਤਾਂ ਬਦਕਿਸਮਤੀ ਆ ਹਲਕੇ ਦੀ ਕਿ ਇਹਨਾਂ ਨੇ ਇਹੋ ਜਿਹੇ ਮਾੜੇ ਬੰਦੇ ਨੂੰ, ਲੋਕਾਂ ਨੇ ਘਟੀਆ ਬੰਦੇ ਨੂੰ ਵੋਟਾਂ ਪਾ ਕੇ 2-3 ਵਾਰੀ MLA ਬਣਾਤਾ। ਚਲੋ ਲੋਕਾਂ ਦੀ ਮਰਜ਼ੀ ਆ, ਆਪਾਂ ਲੋਕਾਂ ਨੂੰ ਕੁਝ ਵੀ ਨਹੀਂ ਕਹਿ ਸਕਦੇ। ਲੋਕ ਮਾਲਕ ਆ, ਕੁਝ ਵੀ ਕਰ ਸਕਦੇ ਨੇ। ਪਰ ਹੁਣ ਇਹਦੀ ਜਿਹੜੀ ਅਸਲੀਅਤ ਲੋਕਾਂ ਕੋਲੇ ਅਸਲ 'ਚ ਤਾਂ ਹੁਣ ਨੰਗੀ ਹੋਈ ਹੈ। ਮਲੂਕਾ ਸਾਹਿਬ, ਚੋਣਾਂ ਨੇੜੇ ਆ ਤੇ ਜੇ ਆਪਾਂ ਗੱਲ ਵਿਕਾਸ ਦੀ ਕਰੀਏ ਤਾਂ ਤੁਸੀਂ ਵੀ ਮੰਤਰੀ ਰਹਿ ਚੁੱਕੇ ਹੋ ਤੇ ਅੱਜ ਦੇ ਜਿਹੜੇ ਹਾਲਾਤ ਨੇ ਆਪਣੇ ਹਲਕੇ ਦੇ, ਜਿਵੇਂ ਕਾਂਗੜ ਸਾਹਿਬ ਨੇ ਕਿਹਾ ਵੀ ਜਦੋਂ ਮੈਂ ਹੁਣ ਪਿੰਡਾਂ ਦੇ ਵਿੱਚ ਜਾਊਂਗਾ, ਚਾਦਰ ਵਸਾਊਂਗਾ ਵੋਟਾਂ ਲਈ ਤੇ ਉੱਥੇ ਵਿਕਾਸ ਦੇ ਨਾਂ ਤੇ ਵੋਟਾਂ ਮੰਗੂੰਗਾ। ਪਰ ਪਿਛਲੇ ਦਿਨੀ ਕਾਫੀ ਸਾਰੇ ਜਿਹੜੇ ਨੀਂਹ ਪੱਥਰ ਕਾਂਗੜ ਸਾਹਿਬ ਨੇ ਰੱਖੇ ਤੇ ਉਹਨਾਂ ਦੇ ਵਿੱਚ ਦੇਖਣ ਦੇ ਵਿੱਚ ਆਇਆ ਵੀ ਉੱਥੇ ਲਿਖਿਆ ਹੋਇਆ ਵੀ ਰਿਪੇਅਰ ਆਫ ਲਿੰਕ ਸੜਕ, ਵੀ ਲਿੰਕ ਸੜਕਾਂ ਦੀ ਰਿਪੇਅਰ। ਕੀ ਰਿਪੇਅਰਾਂ ਵਾਸਤੇ ਤੁਹਾਡੇ ਵੀ ਨੀਂਹ ਪੱਥਰ ਲੱਗਦੇ ਸੀਗੇ? ਵੇਖੋ ਇਹ ਤਾਂ ਹਰ ਚੀਜ਼ ਦਾ ਇਹ ਸਾਲਾ ਸਾਹਿਬ ਝੂਠ ਬੋਲਦਾ। ਕਿੰਨੇ ਕਿ ਰਿਪੇਅਰ ਕਾਹਦੀ ਹੁੰਦੀ ਹੈ? ਰਿਪੇਅਰ ਦੀ ਤਾਂ ਕਦੇ ਹੁੰਦਾ ਹੀ ਨਹੀਂ। ਰਿਪੇਅਰ ਤਾਂ ਕਰਨੀ ਹੁੰਦੀ ਜਿਹੜੀ ਚੀਜ਼ ਬਣ ਗਈ। ਘਰ ਆਪਾਂ ਰੰਗ ਕਰਾਉਣਾ, ਉਹ ਨਵਾਂ ਥੋੜ੍ਹਾ ਬਣਦਾ ਹੁੰਦਾ। ਚੀਜ਼ਾਂ ਦੇ ਤਾਂ ਨਵੀਆਂ ਦੇ ਨੀਂਹ ਪੱਥਰ ਰੱਖੀ ਦੇ ਹੁੰਦੇ, ਰਿਪੇਅਰਾਂ ਦੇ ਕਦੇ ਨੀਂਹ ਪੱਥਰ ਨਹੀਂ ਰੱਖੇ। ਜਿਵੇਂ ਚੰਨੀ ਨੇ ਪੈਚ ਵਰਕ ਦੀ ਗੱਲ ਕੀਤੀ ਸੀ, ਉਹਨਾਂ ਦੇ ਹੈਗਾ ਸਾਰਾ ਪਾਰਟੀ ਦਾ। ਜਿਹੜੀ ਮੈਂ ਕਹਿੰਦਾ ਹਰ ਗੱਲ ਇਹ ਝੂਠ ਬੋਲ ਸਕਦਾ, ਆਪਣੇ ਆਪ ਨੂੰ ਬੜਾ ਵੱਡਾ ਸਰਦਾਰ ਸਾਬਤ ਕਰਦਾ। ਹੁਣ ਤਾਂ ਬਣ ਗਿਆ, ਹੁਣ ਤਾਂ ਬਹੁਤ ਪੈਸਾ ਇਕੱਠਾ ਹੋ ਗਿਆ। ਹੁਣ ਤਾਂ ਮੈਂ ਕਹਿਣਾ ਕਿ ਬਹੁਤ ਵੱਡਾ ਸਰਦਾਰ ਹੈ, ਮੇਰੇ ਤੋਂ 10 ਗੁਣਾ 20 ਗੁਣਾ ਵੱਡਾ ਹੋਊਗਾ। ਮੈਂ ਮੰਨਦਾ ਅੱਜ ਦੀ ਘੜੀ 'ਚ ਤਾਂ ਜਿੰਨੇ ਨੇ ਪੈਸੇ ਇਕੱਠੇ ਕਰ ਲਏ ਆ ਤਹਿਸੀਲਦਾਰਾਂ ਤੋਂ ਲੈ ਕੇ, ਹੁਣ ਤਾਂ ਮੈਂ ਮੰਨਦਾ ਕਿ ਹੁਣ ਨਹੀਂ ਕੋਈ ਗੱਲ। ਪਰ ਪਹਿਲਾਂ ਵੀ ਇਹ ਤਾਂ ਇੱਕ ਦਿਨ ਬੋਲ ਗਿਆ। ਇਹਦਾ ਪਿਓ ਸਿਪਾਹੀ ਹੁੰਦਾ ਸੀ ਪੁਲਿਸ ਦੇ ਵਿੱਚ, ਧੂਰੀ ਲੱਗਿਆ ਹੁੰਦਾ ਸੀ। ਇਹਦਾ ਸਹੁਰਾ ਹੌਲਦਾਰ ਹੁੰਦਾ ਸੀ ਉੱਥੇ, ਗੁਰਚੇਤਨ ਸਿੰਘ। ਉੱਥੇ ਇਹਦਾ ਪਿਓ ਡਿਸਮਿਸ ਹੋ ਗਿਆ ਸੀ ਨੌਕਰੀ ਚੋਂ, ਕੋਈ ਗਲਤ ਕੰਮ ਕਰ ਲਿਆ ਸੀ ਇਹਨਾਂ ਨੇ ਉੱਥੇ। ਤੇ ਉਸ ਤੋਂ ਬਾਅਦ ਫਿਰ ਗੁਰਚੇਤਰ ਸਿੰਘ ਬਹਾਲ ਹੋ ਕੇ ਇੱਥੇ ਆ ਗਿਆ, ਦਿਆਲਪੁਰੇ ਭਾਈ ਕੇ ਆ ਗਿਆ। ਦਿਆਲਪੁਰੇ ਭਾਈ ਕੇ ਆ ਕੇ ਫਿਰ ਅਸਲ SHO ਫਿਰ ਇਹਦੇ ਪਿਓ ਨੇ ਕੀਤੀ ਉੱਥੇ। ਗੁਰਚੇਤਨ ਸਿੰਘ ਸ਼ਰਾਬ ਸ਼ੁਰੂ ਪੀਂਦਾ ਸੀ, ਉਹ ਤਾਂ ਪੀ ਕੇ ਇਹਨਾਂ ਦੇ ਕੋਲੇ ਪਿਆ ਰਹਿੰਦਾ ਸੀ, ਘਰੇ ਜਾ ਕੇ ਸੌਂ ਜਾਂਦਾ ਸੀ ਆਰਾਮ ਨਾਲ। ਤੇ ਬਾਕੀ ਤਾਂ ਥਾਣੇਦਾਰੀ ਦਾ ਕੰਮ ਤਾਂ ਇਹ ਹੀ ਕਰਦਾ ਸੀਗਾ, ਇਹਦਾ ਪਿਓ ਹੀ ਕਰਦਾ ਸੀ। ਉਹਨੇ ਇਹਨਾਂ ਨੂੰ ਠੇਕੇ ਲੈ ਕੇ ਦਿੱਤੇ, ਪਹਿਲਾਂ 1 ਠੇਕਾ, ਫਿਰ 2 ਠੇਕੇ, ਫਿਰ ਥੋਕ ਆਪਦੇ ਪੈਸਿਆਂ ਨਾਲ। ਉਹਨੇ ਇਹਨਾਂ ਦੀ ਜ਼ਮੀਨ ਲੋਕਾਂ ਤੋਂ ਧੱਕੇ ਨਾਲ, ਉਦੋਂ ਬਲਦਾਂ ਦੇ ਹਲ ਹੁੰਦੇ ਸੀ, ਕਰਾਹ ਮਰਵਾਬ ਨਾਲ ਸਾਰੀ ਜ਼ਮੀਨ 14-15 ਕਿੱਲੇ ਜ਼ਮੀਨ ਇਹਨਾਂ ਨੂੰ ਆਉਂਦੀ ਹੈ। ਝੂਠ ਬੋਲਦਾ, ਐਡਾ ਇਹੋ ਜਿਹਾ ਨਹੀਂ ਸੀਗਾ ਕੋਈ। ਉਹ ਵੀ ਇਹਨਾਂ ਨੂੰ ਉਹਨੇ ਗੁਰਚੇਤਰ ਸਿੰਘ ਨੇ ਪਤਾ ਸੀ ਬਹੁਤ ਵੱਡੇ ਹਾਂ ਝੂਠ, ਟੋਟਲ ਝੂਠ। ਰਿਕਾਰਡ ਕਢਾ ਲਓ ਜ਼ਮੀਨ ਦਾ, ਤਾਂ ਰਿਕਾਰਡ ਲੁਕਦਾ ਹੀ ਨਹੀਂ। ਨਾ ਮੇਰਾ ਲੁਕੇ ਨਾ ਉਹਦਾ ਲੁਕੇ। ਸਾਡੇ ਪਰਿਵਾਰ ਕੋਲ ਤਾਂ ਉਦੋਂ ਵੀ 70 ਕਿੱਲੇ ਜ਼ਮੀਨ ਸੀਗੀ ਸਾਡੇ ਪਰਿਵਾਰ ਕੋਲ। ਤਾਂ ਇਹਨਾਂ ਕੋਲ 14-15 ਸੀ, ਉਹ ਵੀ ਟਿੱਬੇ ਸੀ ਇਹਨਾਂ ਕੋਲ। ਸਾਰੀ ਪੱਧਰ ਕਰਾ ਕੇ ਗੁਰਚੇਤਰ ਨੇ ਦਿੱਤੀ, ਸਾਰੀ ਕਰਾ ਕੇ ਇਹਨਾਂ ਨੂੰ ਸਾਰਾ ਜਿੰਨਾ ਸਾਰਾ ਕਾਰੋਬਾਰ ਅਸਲ ਗੁਰਚੇਤਰ ਸਿੰਘ ਨੇ ਇਹਨਾਂ ਦਾ। ਫਿਰ ਠੇਕੇ ਫਿਰ ਵੱਧਦੇ ਫਿਰ ਚਲੋ ਕੰਮ ਹੌਲੀ ਵੱਧ ਜਾਂਦਾ ਜਦੋਂ ਕੰਮ ਚੱਲਣ ਲੱਗ ਜੇ ਸਾਰਾ ਉਹਨਾਂ ਨੇ ਦਿੱਤਾ। ਇਹਨੂੰ ਪੁੱਛੋ ਵੀ ਤੇਰੇ ਬਾਬੇ ਨੇ ਤੇਰੇ ਪਿਓ ਨੂੰ ਬੇਦਾਵੇ ਕਿਉਂ ਲਿਖਾਤਾ ਸੀ? ਤੇਰੇ ਪਿਓ ਨੂੰ ਤੇਰੇ ਬਾਬੇ ਨੇ ਬੇਦਾਵਾ ਕਿਉਂ ਲਿਖਾਤਾ ਸੀ ਜੇ ਇੰਨਾ ਸਾਰਾ ਬਾਹਲਾ ਕਾਰੋਬਾਰ ਸੀ? ਫਿਰ ਕਹਿੰਦਾ ਮੈਨੂੰ ਸਰਪੰਚ ਲੋਕਾਂ ਨੇ ਮੱਲੋ ਮੱਲੀ ਬਣਾਇਆ, ਗੁਰੂ ਘਰ ਸੱਦ ਲਿਆ, ਮੈਂ ਤਾਂ ਬਣਦਾ ਨਹੀਂ ਸੀ, ਮੈਂ ਤਾਂ ਮਿੰਨਤਾਂ ਕੀਤੀਆਂ, ਮੇਰਾ ਤਾਂ ਕਾਰੋਬਾਰ ਹੀ ਇੰਨਾ ਸੀ, ਮੈਨੂੰ ਮੱਲੋ ਮੱਲੀ ਬਣਾਇਆ। ਮਤਲਬ ਸਰਬਸੰਮਤੀ ਨਹੀਂ ਬਣਾਇਆ। ਉਹ ਵੀ ਝੂਠ ਬੋਲਦਾ। ਦੇਖੋ ਕਿਹੋ ਜਿਹੀਆਂ ਗੱਲਾਂ ਝੂਠ ਬੋਲਦੇ ਜਿਹੜੀਆਂ ਲੋਕਾਂ ਦੇ ਸਾਹਮਣੇ ਆ। ਉਸ ਵੇਲੇ ਤਾਂ ਬਲੌਰ ਸਿੰਘ ਕਾਂਗੜ ਖੜਾ ਸੀਗਾ ਬਹੁਜਨ ਸਮਾਜ ਪਾਰਟੀ ਵੱਲੋਂ,
ਤੇ ਆਪਣਾ ਖਹਿਰਾ ਹੁੰਦਾ ਇੱਕ ਸਿੱਧੂ ਸਾਹਿਬ ਦਾ ਖਾਸ ਬੰਦਾ ਜਗੀਰ ਸਿੰਘ ਖਹਿਰਾ, ਸ਼ਾਇਦ ਤੁਸੀਂ ਜਾਣਦੇ ਹੋ, ਗ੍ਰਾਮ ਸੇਵਕ ਹੁੰਦਾ ਸੀ, ਉਹ ਵੀ ਇੱਥੇ ਰਹਿਣ ਲੱਗ ਗਿਆ ਸੀ ਰਿਟਾਇਰ ਹੋ ਕੇ। ਉਹ ਮੈਂਬਰ ਖੜਾ ਹੋ ਗਿਆ, ਉਹਦੀ ਤਾਂ ਸੰਦੂਕੜੀ ਚੱਕ ਕੇ ਘਰੇ ਲੈ ਗਿਆ ਸੀ ਆਪਦੀ ਪੁਲਿਸ ਦੇ ਜ਼ੋਰ ਨਾਲ ਤੇ ਤਾਕਤ ਨਾਲ। ਗੁੱਡੇ ਬਹੁਤ ਲਿਆਂਦੇ ਸੀ ਇਹਨੇ, ਕੁੱਟ ਕੇ ਬਲੌਰ ਕਾਂਗੜੂਰੀ, ਕਰਮਜੀਤ ਕਾਂਗੜੂਰੀ ਕੁੱਟ ਕੇ ਭਜਾਏ। ਧਰਨਾ ਲੱਗਿਆ, ਡੀਸੀ ਦੇ ਗਏ ਲੋਕ, ਕਿਸੇ ਨੇ ਸੁਣੀ, ਉਹ ਐਲਾਨ ਹੀ ਕਰਾ ਲਿਆ। ਕੁੱਟ ਕੇ ਤਾਂ ਸਰਪੰਚ ਬਣਿਆ ਸੀ ਤੇ ਇਹਨਾਂ ਮੈਨੂੰ ਸਰਬਸੰਮਤੀ ਨਾਲ ਬਣਾਇਆ ਲੋਕਾਂ ਨੇ। ਜਿਹੜੀ ਏਡੇ ਵੱਡੇ ਝੂਠ ਜਿਹੜਾ ਸਾਰਿਆਂ ਦੇ ਸਾਹਮਣੇ ਆ ਜਿਹੜੀ ਗੱਲ ਲੋਕਾਂ ਤੇ ਆ। ਰਾਮਪੁਰਾ ਫੂਲ ਦਾ ਜੇ ਹਾਲ ਦੇਖੀਏ ਤਾਂ ਵਿਕਾਸ ਪੱਖੋਂ ਕੋਈ ਅਜਿਹਾ ਵੱਡਾ ਪ੍ਰੋਜੈਕਟ ਨਹੀਂ ਆਇਆ ਜਿਹਦੇ ਅਸੀਂ ਮਾਣ ਕਰ ਸਕੀਏ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਹਲਕੇ ਮਹਾਰਾਜ ਦਾ ਜਿਹੜਾ ਪਿੰਡ ਆ, ਉੱਥੇ ਉਹਨਾਂ ਦੇ ਪੁਰਖਿਆਂ ਦਾ ਪਿੰਡ ਆ, ਉੱਥੋਂ ਸੀ। ਪਰ ਇਸ ਵਾਰ ਜਿਹੜੀ ਕਾਰਜਗੁਜ਼ਾਰੀ ਰਹੀ ਹੈ, ਜੇ ਉਹਨੂੰ ਆਪਾਂ ਕਹਿ ਲਈਏ ਕੋਈ ਗਿਣਨਯੋਗ ਨਹੀਂ ਰਹੀ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਦਾ ਕਿੰਨਾ ਕੁ ਕਾਂਗਰਸ ਨੂੰ ਨੁਕਸਾਨ ਹੋਊਗਾ ਤੇ ਅਕਾਲੀ ਦਲ ਨੂੰ ਇਹਦਾ ਕੀ ਲਾਭ ਮਿਲੂਗਾ? ਵੇਖੋ, ਜਿਵੇਂ ਤੁਸੀਂ ਕਿਹਾ ਵੀ ਮਹਾਰਾਜ ਕੈਪਟਨ ਸਾਹਿਬ ਦੇ ਪੁਰਖਿਆਂ ਦਾ ਪਿੰਡ ਆ, ਗੁਰੂਆਂ ਨੇ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਰਾਜ ਭਾਗ ਦੀਆਂ, ਤਾਂ ਰਾਜ ਭਾਗ ਉਹਨਾਂ ਨੂੰ ਮਿਲੇ ਸੀਗੇ। ਉਸ ਕਰਕੇ ਚਾਹੀਦਾ ਸੀ ਕੈਪਟਨ ਸਾਹਿਬ ਨੂੰ ਵੀ ਰਾਮਪੁਰੇ ਫੂਲ ਦੇ ਵਿੱਚ ਕੋਈ ਵੱਡੀ ਇੰਡਸਟਰੀ ਲਾਉਂਦਾ, ਕੋਈ ਵੱਡੇ ਹੋਰ ਚੀਜ਼ਾਂ ਇੱਥੇ ਲੈ ਕੇ ਆਉਂਦਾ, ਚਾਹੀਦਾ ਸੀਗਾ। ਵੇਖੋ, ਇੱਕ ਇਤਿਹਾਸਕ ਗੱਲ ਹੈ ਕਿ 2 ਗੁਰੂ ਸਾਹਿਬਾਨ ਆਏ, ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਮਿਲੀਆਂ, 3 ਰਾਜ ਭਾਗ ਇਹਨਾਂ ਨੂੰ ਰਾਜੇ ਹੋਣ ਦਾ ਖਿਤਾਬ ਮਿਲਿਆ, 3 ਥਾਵਾਂ 3 ਸਟੇਟਾਂ ਬਣੀਆਂ ਇਹਨਾਂ ਦੀਆਂ। ਪਰ ਐਤਕੀ ਤਾਂ ਕੈਪਟਨ ਸਾਹਿਬ ਨੇ ਫੂਲ ਹਲਕੇ ਵੱਲ ਨਿਗਾਹ ਹੀ ਨਹੀਂ ਮਾਰੀ, ਧਿਆਨ ਹੀ ਨਹੀਂ ਦਿੱਤਾ ਕਿਸੇ ਕਿਸਮ ਦਾ, ਤੇ ਨਾ ਦਿੱਤਾ ਹੈ ਕਾਂਗੜ ਸਾਹਿਬ ਨੇ। ਮੈਂ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿ ਤੁਸੀਂ ਡਿਵੈਲਪਮੈਂਟ ਨੂੰ ਵੇਖ ਕੇ ਵੋਟਾਂ ਪਾਓ। ਜੇ ਤਾਂ ਮੇਰੇ ਕੰਮ ਪਿਛਲੇ ਵੇਖ ਲਓ, ਸਾਰੇ ਮੇਰੇ ਕੰਮ ਹਲਕੇ 'ਚ ਹੋਏ ਵੇ ਆ ਤਾਂ ਮੈਨੂੰ ਵੋਟਾਂ ਪਾਓ। ਜੇ ਕਾਂਗੜ ਦੇ ਹੋਏ ਵੇ ਤਾਂ ਕਾਂਗੜ ਨੂੰ ਪਾ ਦਿਓ। ਮੈਂ ਤਾਂ ਕਹਿੰਦਾ ਆਉਣ ਵਾਲੇ ਜਿਹੜੀ 22 ਦੇ ਵਿੱਚ ਮੈਂ ਸਾਰੇ ਹਲਕੇ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਹਾਡੇ ਦੁੱਖ ਸੁੱਖ ਦਾ ਸੀਰੀ ਕੌਣ ਹੈ, ਤੁਹਾਡੇ ਚੰਗੇ ਬੰਦੇ ਸਾਰੇ, ਤੁਸੀਂ ਮੈਨੂੰ ਵੀ ਵੇਖ ਲਿਆ, ਇਹਨੂੰ ਵੀ ਵੇਖ ਲਿਆ, ਸਾਰਾ ਕੁਝ ਹੁਣ ਦੋਨਾਂ ਨੂੰ ਵਜ਼ੀਰੀਆਂ ਵੇਖ ਲਈਆਂ। ਤੁਸੀਂ ਆਉਣ ਮੈਰਿਟ ਜਿਹਦਾ ਹੱਕ ਬਣਦਾ, ਜਿਹਦੀ ਡਿਵੈਲਪਮੈਂਟ ਜਿਹਨੇ ਜ਼ਿਆਦਾ ਕਰਾਈ ਹੈ, ਜਿਹਨੇ ਲੋਕਾਂ ਦੇ ਜ਼ਿਆਦਾ ਕੰਮ ਕਰਾਏ ਆ, ਜਿਹੜਾ ਲੋਕਾਂ ਦੇ ਦੁੱਖ ਸੁੱਖ ਜ਼ਿਆਦਾ ਸ਼ਾਮਲ ਹੋਇਆ, ਉਹ ਬੰਦੇ ਨੂੰ ਵੋਟਾਂ ਪਾਓ। ਮੈਂ ਤਾਂ ਇਹ ਬੇਨਤੀ ਕਰਦਾ, ਮੈਨੂੰ ਕੋਈ ਗਿਲਾ ਨਹੀਂ ਹੋਊਗਾ। ਲੋਕ ਫੈਸਲਾ ਲੋਕਾਂ ਨੇ ਕਰਨਾ, ਵਧੀਆ ਕਰਨਾ। ਹੁਣ ਜਿਵੇਂ ਰਾਮਪੁਰੇ ਆਪਣੇ ਪੁਲ ਦੀ ਗੱਲ ਹੀ ਲੈ ਲਓ, 77 ਕਰੋੜ ਰੁਪਇਆ ਉਹਦੇ ਤੇ ਖਰਾਬ ਕਰਤਾ ਇਹਨੇ। 6 ਕਰੋੜ ਦਾ ਅੰਡਰ ਬ੍ਰਿਜ ਬਣਦਾ ਸੀ, 71 ਕਰੋੜ ਬਚ ਗਿਆ ਸੀ ਪੰਜਾਬ ਸਰਕਾਰ ਦਾ। ਉਹ ਜੇ ਸ਼ਹਿਰ ਤੇ ਲਾਉਣ ਦਾ ਰਾਮਪੁਰੇ ਤੇ, ਮੈਂ ਨਾ ਕਿਤੇ ਗਿੱਠ ਥਾਂ ਵੀ ਨਹੀਂ ਸੀ ਰਹਿਣਾ, ਭਾਵੇਂ ਚਿਪਸ ਪਾ ਲੈਂਦਾ ਸਾਰੇ ਬਾਜ਼ਾਰਾਂ ਦੇ ਵਿੱਚ। ਲਾਈਟਾਂ, ਗਲੀਆਂ, ਪਾਣੀ, ਹੋਰ ਸੜਕਾਂ ਪੱਟੀਆਂ ਪਈਆਂ, ਵਿੱਚ ਇੱਟਾਂ ਲਾਈ ਜਾਂਦੇ ਆ, ਲਾਈਟਾਂ ਜਗਦੀਆਂ ਨਹੀਂ, ਪਾਣੀ ਆਉਂਦਾ ਨਹੀਂ, ਬੁਰਾ ਹਾਲ ਆ ਸਾਰੇ ਸ਼ਹਿਰ ਦਾ। ਕੱਲ ਪੈਚ ਬੈਗ ਵੀ ਲਾਇਆ ਜੀ, ਉਹ ਬਿਨਾਂ ਲੁੱਕ ਤੋਂ, ਉਹ ਬਿਨਾਂ ਲੁੱਕ ਤੋਂ ਪੈਚ ਬੈਗ ਜਿਹੜੇ ਡਰਾਮੇ ਕਰਦੇ ਹੁਣ ਵੋਟਾਂ ਕਰਕੇ, ਤੇ ਉਹ ਵੀ 71 ਕਰੋੜ ਰੁਪਇਆ ਖਰਾਬ ਕਰਤਾ ਇਹਨੇ। ਜਿਹੜਾ ਕਿਉਂ ਕੀਤਾ ਹੁਣ ਦੱਸਣ ਦੀ ਗੱਲ ਆ। ਲੋਕ ਕਹਿੰਦੇ ਹੁਣ ਮੈਂ ਤਾਂ ਕੋਈ ਵਿੱਚ ਵਿਚੋਲਾ ਨਹੀਂ, ਵੀ ਕਮਿਸ਼ਨ ਲੈਣ ਦੀ ਖਾਤਰ ਸਾਰਾ ਪੰਗਾ ਕੀਤਾ। ਨਹੀਂ, ਏਡੀ ਕੋਈ ਗੱਲ ਨਹੀਂ ਸੀ, ਪੁਲ ਬਣਾਉਣ ਦੀ ਉਹਦੀ ਲੋੜ ਹੀ ਨਹੀਂ ਸੀ ਕੋਈ। ਸਾਡੇ ਨਾਲ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ। ਤੁਸੀਂ ਗੱਲਬਾਤ ਸੁਣੀ ਹੈ। ਮੈਂ ਦਲਜੀਤ ਸਿੰਘ ਸਧਾਣਾ, ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ। ਧੰਨਵਾਦ।